ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸਰਕਾਰ ਦੁਬਿਧਾ 'ਚ ਨਵੇਂ ਐਡਵੋਕੇਟ ਜਨਰਲ ਤੇ ਉੱਠੀਆਂ ਉਂਗਲਾਂ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਕੱਲ੍ਹ ਪੰਜਾਬ ਦੇ ਐਡਵੋਕੇਟ ਜਨਰਲ ਡਾਕਟਰ ਅਨਮੋਲ ਰਤਨ ਸਿੱਧੂ ਦੇ ਅਸਤੀਫੇ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਕਈ ਤਰ੍ਹਾਂ ਦੇ ਸਿਆਸੀ ਕਿਆਸ ਲੱਗਣੇ ਸ਼ੁਰੂ ਹੋ ਗਏ ਸੀ। ਵਿਰੋਧੀਆਂ ਵੱਲੋਂ, ਹਰ ਕਿਸੇ ਵੱਲੋਂ ਜਿਹੜਾ ਹੈ ਤਰ੍ਹਾਂ ਤਰ੍ਹਾਂ ਦੀ ਗੱਲਾਂ ਕੀਤੀਆਂ ਜਾ ਰਹੀਆਂ ਸੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਨਵੇਂ ਐਡਵੋਕੇਟ ਜਨਰਲ ਦਾ ਐਲਾਨ ਕੀਤਾ ਜਾਂਦਾ ਹੈ, ਪਰ ਉਸ ਦੇ ਕੁਝ ਘੰਟਿਆਂ ਬਾਅਦ ਉਹਨਾਂ 'ਤੇ ਵੀ ਜਿਹੜੀਆਂ ਉਂਗਲਾਂ ਉੱਠਣੀਆਂ ਸ਼ੁਰੂ ਹੋ ਗਈਆਂ। ਜਿੱਥੇ ਸਿਆਸੀ ਧਿਰਾਂ ਵੱਲੋਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਉੱਥੇ ਹੀ ਹਰ ਆਮ ਤੇ ਖਾਸ ਬੰਦੇ ਵੱਲੋਂ ਵੀ ਜਿਹੜਾ ਹੈ ਤਰ੍ਹਾਂ ਤਰ੍ਹਾਂ ਦੀ ਟਿੱਪਣੀਆਂ ਦਿੱਤੀਆਂ ਜਾ ਰਹੀਆਂ ਸੀ। ਅਸੀਂ ਜਾਣਨਾ ਚਾਹਾਂਗੇ ਇਹ ਪੂਰਾ ਮਾਮਲਾ ਕੀ ਹੈ ਅਤੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਚਾਹੇ ਆਪਾਂ ਪੁਰਾਣੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਦੀ ਗੱਲ ਕਰ ਲਈਏ ਅਤੇ ਚਾਹੇ ਜਿਹੜੇ ਨਵੇਂ ਲਾਏ ਐਡਵੋਕੇਟ ਜਨਰਲ ਵਿਨੋਦ ਘਈ ਦੀ, ਹੁਣ ਤਾਂ ਜਿਸ ਤਰ੍ਹਾਂ ਕਿਹਾ ਜਾਂਦਾ ਵੀ ਜਿੰਨੇ ਮੂੰਹ ਓਨੀਆਂ ਗੱਲਾਂ। ਜਿੱਥੇ ਕੱਲ੍ਹ ਸ਼ਾਮ ਤੱਕ ਅਨਮੋਲ ਰਤਨ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਇੱਕ ਚਰਚਾ ਛਿੜੀ ਹੋਈ ਸੀ ਕਿ ਆਖਰ ਸਿੱਧੂ ਦੇ ਵੱਲੋਂ ਅਸਤੀਫਾ ਦੇਣ ਦੀ ਵਜ੍ਹਾ ਕੀ ਬਣੀ ਹੈ, ਕਿਹੜੇ ਕਾਰਨ ਹੈ ਜਾਂ ਕਿਹੜੇ ਹਾਲਾਤ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ 4 ਮਹੀਨਿਆਂ ਦੇ ਮਗਰੋਂ ਹੀ ਆਪਣਾ ਜਿਹੜਾ ਅਸਤੀਫਾ ਉਹ ਸਰਕਾਰ ਨੂੰ ਸੌਂਪਣਾ ਪੈ ਗਿਆ। ਅਤੇ ਦੂਸਰੀ ਤਰਫ ਨਾਲ ਦੀ ਨਾਲ ਇਹ ਚਰਚਾ ਵੀ ਸ਼ੁਰੂ ਹੋ ਗਈ ਸੀ, ਜਿਹੜੀ ਨੇ ਅੱਜ ਸੁਬਾਹ ਤੱਕ ਬੜਾ ਜ਼ੋਰ ਪਕੜ ਲਿਆ ਕਿ ਜਿਹੜਾ ਆਪ ਸਰਕਾਰ ਵੱਲੋਂ ਨਵੇਂ ਏਜੀ ਲਾਏ ਗਏ ਨੇ ਵਿਨੋਦ ਘਈ ਜੀ, ਉਹਨਾਂ 'ਤੇ ਵੀ ਜਿਹੜੇ ਵਿਰੋਧੀ ਧਿਰਾਂ ਨੇ ਔਰ ਪੰਜਾਬ ਦੇ ਜਿਹੜੇ ਸੁਚੇਤ ਜਾਗਰੂਕ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਔਰ ਉਹਨਾਂ 'ਤੇ ਉਂਗਲਾਂ ਉਠਾਉਣੀਆਂ ਸ਼ੁਰੂ ਕਰ ਦਿੱਤੀਆਂ। ਬੇਸ਼ੱਕ ਪੰਜਾਬ ਸਰਕਾਰ ਨੇ ਉਹਨਾਂ ਦੀ ਨਿਯੁਕਤੀ ਦੀ ਫਾਈਲ ਹੈ ਜਿਹੜੀ ਉਹ ਰਾਜ ਭਵਨ ਨੂੰ ਭੇਜ ਦਿੱਤੀ ਹੈ, ਪਰ ਪਤਾ ਲੱਗਿਆ ਕਿ ਜਦੋਂ ਨਵੀਆਂ ਇਸ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋਈਆਂ ਨੇ ਤਾਂ ਉਸ ਨੂੰ ਲੈ ਕੇ ਵੀ ਸਰਕਾਰ ਦੇ ਵਿੱਚ ਇੱਕ ਦੁਬਿਧਾ ਹੈ ਜਿਹੜੀ ਉਹ ਬਣੀ ਹੋਈ ਹੈ। ਦੇਖੋ, ਜਿੱਥੋਂ ਤੱਕ ਆਪਾਂ ਨਵੇਂ ਐਡਵੋਕੇਟ ਜਨਰਲ ਦੀ ਜਦੋਂ ਗੱਲ ਕਰਦੇ ਹੈਗੇ ਹਾਂ ਤਾਂ ਇਹ ਪਹਿਲਾਂ ਇਹ ਰੁਤਬੇ ਦੀ ਗੱਲ ਕਰੀਏ, ਇਸ ਅਹੁਦੇ ਦੀ ਗੱਲ ਕਰੀਏ, ਇਹ ਇੱਕ ਕੰਸਟੀਟਿਊਸ਼ਨਲ ਅਹੁਦਾ ਹੈ ਇੱਕ ਸਟੇਟ ਦਾ, ਔਰ ਇੱਕ ਸਿਖਰਲਾ ਆਪਾਂ ਜੇ ਟੌਪ ਵਾਲਾ ਕਹਿ ਲਈਏ ਅਹੁਦਾ ਜਿਹੜਾ ਇਸ ਨੂੰ ਕੰਸੀਡਰ ਕੀਤਾ ਜਾਂਦਾ ਹੈ। ਇਹਦੇ ਨਾਲ ਇਹਦੇ ਲਈ ਜਿਹਨਾਂ ਅਹੁਦੇ 'ਤੇ ਜਿਸ ਵਿਅਕਤੀ ਨੂੰ ਬਿਠਾਇਆ ਜਾਂਦਾ ਹੈਗਾ ਇਸ ਚੇਅਰ 'ਤੇ, ਉਸ ਤੋਂ ਸਰਕਾਰ ਉਸ ਦੀ ਚੋਣ ਕਿਵੇਂ ਕਰਦੀ ਹੈ, ਉਸ ਨੂੰ ਸਿਲੈਕਟ ਕਿਵੇਂ ਕਰਦੀ ਹੈ, ਕਿਹੜੇ ਪੈਰਾਮੀਟਰ ਰੱਖਦੀ ਹੈਗੀ ਹੈ, ਉਸ ਇਨਸਾਨ ਦਾ ਜਿਸ ਨੂੰ ਇਹ ਰੁਤਬਾ ਦਿੱਤਾ ਜਾਂਦਾ ਉਸ ਦਾ ਅਕਸ਼ ਕਿਹੋ ਜਿਹਾ ਹੈ, ਛਵੀ ਕਿਹੋ ਜਿਹੀ ਹੈ, ਇਹ ਰਿਫਲੈਕਟ ਕਰਦਾ ਹੈ ਪੂਰੀ ਸਟੇਟ ਨੂੰ, ਔਰ ਉਹਦਾ ਪ੍ਰਭਾਵ ਹੈ ਜਿਹੜਾ ਉਹ ਸਮੁੱਚੀ ਸਟੇਟ 'ਤੇ ਪੈਂਦਾ ਹੈਗਾ। ਹਾਲਾਂਕਿ ਐਡਵੋਕੇਟ ਜਨਰਲ ਬਾਰੇ ਪੰਜਾਬ ਦੇ ਵਿੱਚ ਖਾਸ ਕਰਕੇ ਸੱਥਾਂ ਵਾਲੇ ਲੋਕ ਹੈ ਜਿਹੜੇ ਉਹ ਇਸ ਗੱਲ ਤੋਂ ਅਗਿਆਨੀ ਰਹੇ ਨੇ, ਉਹਨਾਂ ਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਰਹੀ ਕਿ ਇਸ ਕਿਸਮ ਦੀ ਕੋਈ ਕੰਸਟੀਟਿਊਸ਼ਨਲ ਪੋਸਟ ਹੈ ਜਿਹੜੀ ਹੁੰਦੀ ਹੈ। ਪਰ ਪਿਛਲੇ 11 ਮਹੀਨਿਆਂ ਤੋਂ ਜਦੋਂ ਹੀ ਐਡਵੋਕੇਟ ਜਿਹੜੇ ਬਦਲੇ ਜਾਂਦੇ ਰਹੇ, ਚਾਹੇ ਉਹ ਚੰਨੀ ਸਰਕਾਰ ਵੇਲੇ ਬਦਲੇ ਗਏ ਅਤੇ ਚਾਹੇ ਹੁਣ ਅਨਮੋਲ ਰਤਨ ਸਿੱਧੂ ਨੂੰ ਬਦਲਿਆ ਗਿਆ ਹੈ ਜਾਂ ਉਹ ਕਹਿ ਲਈ ਉਹਨਾਂ ਨੇ ਅਸਤੀਫਾ ਦਿੱਤਾ ਹੈ 19 ਜੁਲਾਈ ਨੂੰ, ਤਾਂ ਹੁਣ ਇਸ ਤੋਂ ਬਾਅਦ ਜੀ ਪੂਰੀ ਚਰਚਾ ਛੱਡਣ ਕਰਕੇ, ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ ਅਤੇ ਲੋਕਾਂ ਤੱਕ ਜਿਹੜੀ ਹਰ ਗੱਲ ਹੈ ਜਿਹੜੀ ਉਹ ਵਿਹੜੇ ਤੱਕ ਜਾਂਦੀ ਹੈਗੀ ਹੈ, ਤਾਂ ਆਮ ਲੋਕ ਵੀ ਇਸ ਤੋਂ ਜਾਣੂ ਹੋਏ ਨੇ ਕਿ ਇਸ ਕਿਸਮ ਦੀ ਕੋਈ ਅਹੁਦਾ ਹੈ ਕਿ ਜਿਹਦਾ ਪ੍ਰਭਾਵ ਹੈ ਜਿਹੜਾ ਉਹ ਸਮੁੱਚੇ ਲੋਕਾਂ 'ਤੇ ਪੈਂਦਾ ਹੈ, ਸਮੁੱਚੇ ਜਿਹੜੇ ਸਰਕਾਰ ਦੀ ਰੀਪ੍ਰਜੈਂਟ ਕਰਦਾ ਹੈ ਜੀ, ਕਿਸ ਕਿਸਮ ਦੇ ਫੈਸਲੇ ਅਦਾਲਤਾਂ ਦੇ ਵਿੱਚ ਹੁੰਦੇ ਹੈ, ਕਿਸ ਕਿਸਮ ਦੀ ਸਰਕਾਰ ਦੀ ਪਰਫੋਰਮੈਂਸ ਰਹਿੰਦੀ ਹੈ, ਉਸ ਦੇ ਨੈਗੇਟਿਵ ਪੋਜ਼ੀਟਿਵ ਐਸਪੈਕਟ ਹੈ ਜਿਹੜੇ ਉਹ ਲੋਕਾਂ ਤੱਕ ਜਾਂਦੇ ਹੈਗੇ ਨੇ। ਹੁਣ ਜਿੱਥੋਂ ਤੱਕ ਆਪਾਂ ਇਹਨਾਂ ਦੀ ਪੋਜ਼ੀਟਿਵ ਸਾਈਡ ਦੀ ਆਪਾਂ ਗੱਲ ਕਰਨੀ ਹੋਵੇ ਜੀ ਸਾਹਿਬ ਦੀ, ਤਾਂ ਇਹ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਪਿਤਾ ਜੀ ਵੀ ਜਿਹੜੇ RS ਘਈ ਸੀ ਉਹ ਵੀ ਨਾਮੀ ਵਕੀਲ ਰਹੇ ਨੇ, ਔਰ ਖੁਦ ਵਿਨੋਦ ਘਈ ਹੈ ਜਿਹੜੇ ਫੌਜਦਾਰੀ ਕੇਸਾਂ ਦੇ ਮਾਹਰ ਵਕੀਲ ਨੇ। ਇਹਨਾਂ ਦੇ ਜਿਸ ਕਿਸਮ ਦੇ ਕੇਸ ਇਹਨਾਂ ਨੇ ਪਿਛਲੇ ਸਮਿਆਂ ਦੇ ਵਿੱਚ ਲੜੇ ਨੇ, ਉਹਨਾਂ ਤੋਂ ਹੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਨਾਂ ਦੀ ਇੱਕ ਚੰਗੀ ਭੱਲ ਹੈ ਜਿਹੜੀ ਆਪਣੇ ਫੀਲਡ ਦੇ ਵਿੱਚ ਬਣੀ ਹੋਈ ਸੀ। ਦੂਸਰੀ ਤਰਫ ਜਿਹੜੇ ਵਿਰੋਧੀ ਧਿਰਾਂ ਨੇ ਜਾਂ ਲੋਕਾਂ ਵੱਲੋਂ ਜਿਹੜੇ ਫੈਕਟ ਹੈ ਜਿਹੜੇ ਸਾਹਮਣੇ ਕੱਢ ਕੇ ਲਿਆਂਦੇ ਗਏ ਜਦੋਂ ਇਹਨਾਂ ਦੀ ਨਿਯੁਕਤੀ ਹੋਈ, ਉਸ ਤੋਂ ਬਾਅਦ ਹੀ ਇਹ ਚਰਚਾ ਸ਼ੁਰੂ ਹੋ ਗਈ ਸੀ। ਉਹਨਾਂ ਵਿੱਚ ਖਾਸ ਤੌਰ 'ਤੇ ਇਹ ਗੱਲ ਆਖੀ ਜਾ ਰਹੀ ਹੈ ਕਿ ਡੇਰਾ ਸਿਰਸਾ ਦੇ ਨਾਲ ਸੰਬੰਧਿਤ ਜਿਹੜੇ ਕੇਸ ਨੇ ਉਹਨਾਂ ਦੀ ਜਿਹੜੀ ਵਕੀਲ ਵਜੋਂ ਅਦਾਲਤਾਂ ਦੇ ਵਿੱਚ ਪੇਸ਼ ਹੁੰਦੇ ਰਹੇ ਨੇ। ਇਸ ਤੋਂ ਇਲਾਵਾ ਸਮੇਤ ਸੈਣੀ ਦੇ ਕੇਸਾਂ ਦੀ ਗੱਲ ਵੀ ਕੀਤੀ ਜਾ ਰਹੀ ਹੈ। ਸਿੱਧੂ ਮੂਸੇਵਾਲੇ ਦੇ ਜਿਹੜੇ ਪੁਰਾਣੇ ਮੈਨੇਜਰ ਸੀ ਉਹਨਾਂ ਦੇ ਕੇਸ ਦੀ ਗੱਲ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ, ਜਿਵੇਂ ਭਾਰਤ ਭੂਸ਼ਣ ਆਸ਼ੂ ਦਾ ਕੇਸ ਹੈ, ਡਾਕਟਰ ਵਿਜੇ ਸਿੰਗਲਾ ਦਾ ਕੇਸ ਹੈ, ਵੀ ਉਹਨਾਂ ਦੇ ਕੇਸ ਵੀ ਇਹਨਾਂ ਨੇ ਲੜੇ ਹੈ। ਤਾਂ ਆਮ ਲੋਕ ਇਹ ਚਰਚਾ ਕਰਦੇ ਨੇ ਕਿ ਜਦੋਂ ਇਸ ਤਰ੍ਹਾਂ ਦੂਜੀਆਂ ਸਰਕਾਰ ਵਿਰੋਧੀ ਜਿਹੜੇ ਕੇਸ ਅਦਾਲਤਾਂ ਦੇ ਵਿੱਚ, ਹਾਈ ਕੋਰਟ ਦੇ ਵਿੱਚ ਆਏ ਹੈ, ਜਦੋਂ ਉਹਨਾਂ ਦੀ ਇਹ ਵਕਾਲਤ ਕਰਦੇ ਰਹੇ ਨੇ ਵਿਨੋਦ ਕਈ ਜੀ, ਤਾਂ ਹੁਣ ਕਿਸ ਤਰ੍ਹਾਂ ਇਹ ਸਰਕਾਰ ਦਾ ਜਿਹੜਾ ਪੱਖ ਪੂਰਨਗੇ, ਜਾਂ ਸਰਕਾਰ ਦੇ ਆਉਣ ਵਾਲੇ ਜਿਹੜੇ ਫੈਸਲੇ ਹੈ ਉਹਨਾਂ 'ਤੇ ਇਹਨਾਂ ਦਾ ਪ੍ਰਭਾਵ ਹੈ ਜਿਹੜਾ ਉਹ ਪਏਗਾ। ਹਾਲਾਂਕਿ ਆਤਿਸ਼, ਇਹ ਗੱਲ ਜ਼ਰੂਰੀ ਹੁੰਦੀ ਹੈ ਕਿ ਜਿਸ ਬੰਦੇ ਨੂੰ ਲਾਇਆ ਜਾਂਦਾ ਉਹ ਆਪਣੇ ਫੀਲਡ ਦਾ ਕੰਪੀਟੈਂਟ ਚਿਹਰਾ ਹੋਣਾ ਚਾਹੀਦੇ ਨੇ। ਨੋ ਡਾਊਟ ਕਿ ਇਹ ਫੌਜਦਾਰੀ ਕੇਸਾਂ ਦੇ ਇੱਕ ਮਾਹਰ ਐਡਵੋਕੇਟ ਨੇ, ਪਰ ਇਹ ਕਿਹਾ ਜਾ ਰਿਹਾ, ਜਿਸ ਤਰ੍ਹਾਂ ਉਹਨਾਂ ਨੇ ਕੱਲ੍ਹ ਵੀ ਆਪਣੀ ਜਿਹੜੀ ਇੰਟਰਵਿਊ ਪਹਿਲੀ ਦਿੱਤੀ ਹੈ ਉਹਦੇ ਵਿੱਚ ਇਹ ਕਿਹਾ ਕਿ ਉਹਨਾਂ ਨੂੰ ਔਨ ਮੈਰਿਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਲੈਕਟ ਕੀਤਾ ਹੈ, ਉਹਨਾਂ ਨੂੰ ਚੂਜ਼ ਕੀਤਾ ਹੈ। ਔਰ ਉਹਨਾਂ ਨੇ ਇਹ ਵੀ ਸਾਫ਼ ਕੀਤਾ ਕਿ ਉਹਨਾਂ ਦੀ ਕਿਸੇ ਕਿਸਮ ਦੀ ਕੋਈ ਪੋਲੀਟੀਕਲ ਬੈਕਗਰਾਊਂਡ ਹੈ ਜਿਹੜੀ, ਜਾਂ ਕਿਸੇ ਪੋਲੀਟੀਕਲ ਧਿਰ ਦੇ ਨਾਲ ਉਹ ਜੁੜੇ ਨਹੀਂ ਹੋਏ। ਪਰ ਜਿਸ ਤਰ੍ਹਾਂ ਦਾ ਐਡਵੋਕੇਟ ਜਨਰਲ ਦਾ ਅਹੁਦਾ ਹੈ ਜਾਂ ਡੈਜਿਗਨੇਸ਼ਨ ਹੈਗਾ, ਜਾਂ ਜਿਸ ਕਿਸਮ ਦੇ ਫੈਸਲੇ ਹੋਣੇ ਹੁੰਦੇ, ਜਾਂ ਜਿਸ ਕਿਸਮ ਦਾ ਆਦਮੀ ਤੇ ਕੁਰਸੀ 'ਤੇ ਬਿਠਾਇਆ ਜਾਣਾ ਹੁੰਦਾ ਹੈ, ਉਸ ਨੂੰ ਇਕੱਲੀ ਇਹ ਨਹੀਂ ਕਿ ਉਸ ਨੂੰ ਇਕੱਲੀ ਕਾਨੂੰਨ ਦੀ ਸੂਝ ਹੋਣੀ ਚਾਹੀਦੀ ਹੈ, ਉਸ ਨੂੰ ਆਲ ਰਾਊਂਡਰ ਬਣਨਾ, ਮਤਲਬ ਇਸ ਕਿਸਮ ਦਾ ਚਿਹਰਾ ਅੱਗੇ ਲਿਆਉਣਾ ਚਾਹੀਦਾ ਕਿ ਜਿਹੜਾ ਆਲ ਰਾਊਂਡਰ ਹੋਵੇ। ਉਸ ਨੂੰ ਜਿਹੜੀ ਪੋਲੀਟੀਕਲ ਸੂਝ-ਬੂਝ ਹੈ ਉਹ ਵੀ ਮਾਇਨੇ ਰੱਖਦੀ ਹੈਗੀ ਹੈ, ਕਿਉਂਕਿ ਅਦਾਲਤਾਂ ਦੇ ਵਿੱਚ ਜਿਹੜੇ ਫੈਸਲੇ ਹੁੰਦੇ ਨੇ, ਇਹ ਨਹੀਂ ਕਿ ਇਕੱਲੇ ਉਹ ਕਾਨੂੰਨੀ ਅਸਰ ਛੱਡਦੇ ਨੇ, ਉਹਨਾਂ ਦੇ ਸੋਸ਼ਲ ਔਰ ਉਹਨਾਂ ਦੇ ਪੋਲੀਟੀਕਲ ਜਿਹੜੇ ਅਸਰ ਹੈ ਉਹ ਵੀ ਸੁਸਾਇਟੀ 'ਤੇ ਪੈਂਦੇ ਨੇ। ਖਾਸ ਕਰਕੇ ਜਿਸ ਤਰ੍ਹਾਂ ਹੁਣ ਅਦਾਲਤ ਦੇ ਵਿੱਚ ਸਾਡੇ ਬੇਅਦਬੀ ਦੇ ਕੇਸ ਹੈ, ਜਾਂ ਗੋਲੀਕਾਂਡ ਦੇ, ਕੋਟਕਪੂਰਾ ਗੋਲੀਕਾਂਡ ਦਾ, ਜਾਂ ਬਹਿਬਲ ਕਲਾਂ ਦੀ ਗੋਲੀਕਾਂਡ ਦਾ ਕੇਸ ਚੱਲ ਰਹੇ ਨੇ, ਬੜੇ ਸੈਂਸਿਟਿਵ ਇਸ਼ੂ ਨੇ। ਹਾਲਾਂਕਿ ਚਾਹੇ ਅਸੀਂ ਆਪਾਂ ਕਹਿੰਦੇ ਹਾਂ ਕਿ ਸਾਡਾ ਜਿਹੜਾ ਸਟੇਟ ਹੈ ਪੰਜਾਬ, ਇਹਨੂੰ ਸੈਕੂਲਰ ਸਟੇਟ ਅਸੀਂ ਕੰਸੀਡਰ ਕਰਦੇ ਹਾਂ, ਪਰ ਫਿਰ ਵੀ ਅਸੀਂ ਇਹਦੇ ਵਿੱਚੋਂ ਜਿਹੜੀ ਪੰਥਿਕ ਸੁਰ ਹੈ ਉਹਨੂੰ ਮਨਫੀ ਨਹੀਂ ਕਰ ਸਕਦੇ। ਤਾਂ ਇਹਨਾਂ ਕੇਸਾਂ ਦੇ ਫੈਸਲੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਪੋਜ਼ ਕਿ ਸਾਡੇ ਬੇਅਦਬੀ ਦੇ ਮਸਲੇ ਹੈਗੇ ਨੇ, ਜਾਂ ਗੋਲੀਕਾਂਡ ਦਾ ਇਸ਼ੂ ਹੈਗਾ, ਇਹਨਾਂ ਦੀ ਜੇ ਫੈਸਲੇ ਜੇ ਸਰਕਾਰ ਦੇ ਉਲਟ ਚਲੇ ਜਾਂਦੇ ਨੇ, ਤਾਂ ਨੈਚੁਰਲੀ ਜਿਹੜੀ ਉਂਗਲ ਹੈ ਉਹ ਨਵੇਂ ਏਜੀ 'ਤੇ ਉੱਠੇਗੀ, ਔਰ ਲੋਕਾਂ ਦੇ ਜਿਹੜੇ ਅੱਜ ਸ਼ੱਕ ਹੈ ਜਾਂ ਸ਼ੰਕੇ ਹੈ ਉਹਨਾਂ 'ਤੇ ਇੱਕ ਤਰ੍ਹਾਂ ਦੀ ਮੋਹਰ ਲੱਗੇਗੀ। ਪਰ ਇਹਨਾਂ ਕੋਲੇ ਹੁਣ ਇੱਕ ਆਉਣ ਵਾਲੇ ਦਿਨਾਂ 'ਚ ਇਹਨਾਂ ਕੋਲੇ ਬਹੁਤ ਵੱਡੀਆਂ ਜਿਹੜੀਆਂ ਉਹਨਾਂ ਨੂੰ ਚੁਣੌਤੀਆਂ ਵੀ ਹੋਣਗੀਆਂ, ਔਰ ਇਹਨਾਂ ਨੂੰ ਆਪਣੇ ਆਪ ਨੂੰ ਸਾਬਤ ਕਰਨਾ ਹੋਏਗਾ। ਇਹਨਾਂ ਦੀ ਕ੍ਰੈਡੀਬਿਲਿਟੀ ਇਸੇ ਗੱਲ 'ਤੇ ਖੜੀ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਸਾਰੇ ਕੇਸਾਂ ਨੂੰ ਕਿਵੇਂ ਲੈਂਦੇ ਨੇ। ਹਾਲਾਂਕਿ ਜਿਹੜੇ ਵਕਾਲਤ ਨਾਲ ਜੁੜੇ ਹੋਏ ਲੋਕ ਨੇ ਉਹ ਕਹਿੰਦੇ ਨੇ ਕਿ ਇਹ ਇੱਕ ਪ੍ਰੋਫੈਸ਼ਨਲ ਐਸਾ ਪ੍ਰੋਫੈਸ਼ਨ ਹੈ ਸਾਡਾ, ਕਿ ਜੋ ਵੀ ਕਲਾਇੰਟ ਆਉਂਦਾ ਹੈ ਕਿ ਅਸੀਂ ਪ੍ਰੋਫੈਸ਼ਨਲੀ ਆਪਣੀ ਡਿਊਟੀ ਹੈ ਉਹਨੂੰ ਨਿਭਾਉਣਾ, ਉਹਦੇ ਬਦਲੇ ਵਿੱਚ ਅਸੀਂ ਉਹਨਾਂ ਤੋਂ ਫੀਸ ਲੈਂਦੇ ਹੈਗੇ ਹਾਂ। ਹੁਣ ਜਦੋਂ ਇਹ ਆਪ ਵੀ ਕਈ ਸਾਹਿਬ ਕਹਿੰਦੇ ਨੇ ਕਿ ਜਦੋਂ ਅਸੀਂ ਸਰਕਾਰ ਦੀ ਤਰਫ, ਸਰਕਾਰ ਦੀ ਪਾਸੇ ਖੜ੍ਹ ਗਏ ਹਾਂ, ਤਾਂ ਅਸੀਂ ਸਰਕਾਰ ਨੂੰ ਡਿਫੈਂਡ ਕਰਾਂਗੇ ਔਰ ਅਸੀਂ ਰਿਜ਼ਲਟ ਦੇਵਾਂਗੇ। ਤਾਂ ਵਿਹਾਰਕ ਤੌਰ 'ਤੇ ਦੇਖਿਆ ਜਾਵੇ ਕਿ ਆਉਣ ਵਾਲੇ ਟਾਈਮ ਦੇ ਵਿੱਚ, ਚਾਹੇ ਹੁਣ ਜਿਹੜੀਆਂ ਗੱਲਾਂ ਹੋ ਰਹੀਆਂ, ਚਾਹੇ ਉਂਗਲਾਂ ਉੱਠ ਰਹੀਆਂ, ਚਾਹੇ ਸਰਕਾਰ ਨੇ ਕਿਵੇਂ ਵੀ ਇਹਨਾਂ ਨੂੰ ਕਿਹੜੇ ਹਾਲਾਤਾਂ ਦੇ ਵਿੱਚ ਚੂਜ਼ ਕੀਤਾ, ਸਿਲੈਕਟ ਕੀਤਾ। ਹਾਲਾਂਕਿ ਗੌਰਮੈਂਟ ਕਹਿੰਦੀ ਹੈ ਕਿ ਉਹਨਾਂ ਨੇ ਬਕਾਇਦਾ ਇੱਕ ਸਰਵੇ ਕਰਾਇਆ, ਸਰਵੇ ਕਰਾਉਣ ਤੋਂ ਬਾਅਦ ਅਸੀਂ ਵਿਨੋਦ ਕਈ ਦੇ ਨਾਮ 'ਤੇ ਜਿਹੜੀ ਮੋਹਰ ਲਈ ਹੈਗੀ ਹੈ। ਪਰ ਹੁਣ ਇਹ ਚਾਹੀਦਾ ਕਿ ਜੇ ਚਰਚਾ ਛਿੜੀ ਹੈ, ਜੇ ਇੰਨਾ ਸਰਵੇ ਕਰਵਾਇਆ ਹੈਗਾ, ਤਾਂ ਪਹਿਲਾਂ ਹੀ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ, ਕਿਉਂਕਿ ਇਹਨਾਂ ਦੇ ਲੌਂਗ ਟਰਮ ਜਿਹੜੇ ਇੰਪੈਕਟ ਹੈ ਉਹ ਸਟੇਟ 'ਤੇ ਪੈਂਦੇ ਨੇ। ਜੀ ਚਰਨਜੀਤ ਜੀ, ਐਡਵੋਕੇਟ ਅਨਮੋਲ ਰਤਨ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਪੰਜਾਬ ਭਰ 'ਚ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ, ਮੀਡੀਆ ਦੇ ਵਿੱਚ ਵੀ ਤਰ੍ਹਾਂ ਦੀ ਗੱਲਾਂ ਦਾ ਜ਼ਿਕਰ ਕੀਤਾ ਜਾ ਰਿਹਾ, ਪਰ ਅਸੀਂ ਜਾਣਨਾ ਚਾਹਾਂਗੇ ਤੁਹਾਨੂੰ ਕੀ ਲੱਗਦਾ ਹੈ, ਤੁਹਾਡੇ ਕੋਲ ਕੀ ਜਾਣਕਾਰੀ ਹੁਣ ਤੱਕ ਮਿਲੀ ਹੈ ਵੀ ਉਹਨਾਂ ਦੇ ਅਸਤੀਫੇ ਦੇ ਪਿੱਛੇ ਅਸਲ ਕਾਰਨ ਕੀ ਰਹਿ ਰਹੇ ਨੇ? ਦੇਖੋ, ਅਨਮੋਲ ਰਤਨ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਕਾਫੀ ਮਾਮਲਾ ਇਹ ਰਿੜਕਿਆ ਜਾ ਚੁੱਕਿਆ ਹੈ। ਕੋਈ ਕੁਝ ਕਹਿ ਰਿਹਾ, ਕੋਈ ਕੁਝ ਕਹਿ ਰਿਹਾ ਹੈ, ਪਰ ਇੰਨਾ ਜ਼ਰੂਰ ਹੈ ਕਿ ਕੋਈ ਵੱਡਾ ਇਸ਼ੂ ਹੋਏਗਾ ਜਿਨ੍ਹਾਂ ਕਰਕੇ ਉਹਨਾਂ ਨੂੰ ਮਜਬੂਰ ਹੋਣਾ ਪਿਆ ਅਹੁਦਾ ਛੱਡਣ ਲਈ, ਚਾਹੇ ਉਹਨਾਂ ਨੇ ਕੋਈ ਸਿਆਸੀ ਜਿਹੜਾ ਪ੍ਰੈਸ਼ਰ ਹੋਵੇ। ਪਰ ਉਹਨਾਂ ਨੇ ਆਪਣੇ ਅਸਤੀਫੇ ਦੇ ਵਿੱਚ ਜਿਹੜਾ ਲਿਖਿਆ ਹੈਗਾ ਉਹ ਇਹ ਲਿਖਿਆ ਕਿ ਉਹ ਪਰਸਨਲ ਰੀਜ਼ਨਸ ਕਰਕੇ ਜਿਹੜੇ ਆਪਣਾ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ। ਪਰ ਆਤਿਸ਼, ਮੈਂ ਤੁਹਾਨੂੰ ਇੱਥੇ ਇੱਕ ਕੱਲ੍ਹ ਉਹਨਾਂ ਨੇ ਇੱਕ ਇੰਟਰਵਿਊ ਕਿਸੇ ਟੀਵੀ ਨੂੰ ਸ਼ਾਇਦ ਦਿੱਤੀ ਹੈਗੀ ਹੈ, ਜਿਹਦੇ ਵਿੱਚ ਉਹਨਾਂ ਨੇ ਆਪਣੇ ਕੁਲਦੀਪ ਮਾਨਕ ਦਾ ਗਾਇਆ ਹੋਇਆ ਇੱਕ ਗੀਤ ਹੈਗਾ ਜਿਹੜਾ ਬਾਬੂ ਸਿੰਘ ਮਾਨ ਮਰਾੜਾ ਹੋਰਾਂ ਨੇ ਲਿਖਿਆ ਹੈਗਾ। ਉਹਨਾਂ ਨੇ ਕਿਹਾ, ਉਹ ਗੁਣਗੁਣਾਇਆ ਹੈ ਕੱਲ੍ਹ ਉਹਨਾਂ ਨੇ, ਆਪਣੇ ਅਨਮੋਲ ਰਤਨ ਸਿੱਧੂ ਹੋਰਾਂ ਨੇ, ਕਿ ਆਲਾ ਸਾਂਭ ਲੈ ਤੂੰ ਸੈਦੇ ਦੀਏ ਨਾਰੇ, ਸਾਥੋਂ ਨਹੀਂ ਮੱਝਾਂ ਚਾਰ ਹੁੰਦੀਆਂ, ਜਿੱਤੇ ਕਿੱਲਿਆਂ 'ਤੇ ਟੰਗ ਤਲਿਆਰੇ, ਸਾਥੋਂ ਨਹੀਂ ਮੱਝਾਂ ਚਾਰ ਹੁੰਦੀਆਂ। ਤਾਂ ਮੈਨੂੰ ਲੱਗਦਾ ਕਿ ਇਹ ਬੋਲ ਹੈ ਜਿਹੜੇ ਗੀਤ ਦੇ, ਅਨਮੋਲ ਰਤਨ ਸਿੱਧੂ ਦੀ ਜਿਹੜੀ ਮਨੋਦਿਸ਼ ਹੈ ਉਹਨੂੰ ਪ੍ਰਗਟ ਕਰਨ ਦੇ ਲਈ ਕਾਫੀ ਨੇ, ਕਿ ਉਹ ਕਿਹੜੇ ਹਾਲਾਤਾਂ ਦੇ ਵਿੱਚ ਗਏ ਨੇ, ਜਾਂ ਕਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਹੈ। ਇਸ ਤੋਂ ਸਾਡੇ ਦਰਸ਼ਕ ਭਲੀ ਭਾਂਤ ਜਾਣੂ ਹੋਣਗੇ ਕਿ ਇਹਦੇ ਵਿੱਚ, ਕਿਉਂਕਿ ਜਦੋਂ ਹੀਰ ਨੇ ਮੱਝਾਂ ਤਾਂ ਰਾਂਝੇ ਤੋਂ ਚਰਾਈਆਂ ਤੀ ਦੋ ਰਾਂਝੇ ਤੋਂ, ਅਤੇ ਇੱਕ ਡੋਲੀ ਬੈਠ ਗਈ ਉਹ ਸੈਦੇ ਦੀ,
ਤਾਂ ਉਹਨੇ ਉਸ ਟਾਈਮ ਉਸ ਤਰ੍ਹਾਂ ਦੀ ਹਾਲਾਤਾਂ ਨੂੰ ਇਹ ਬਿਆਨ ਕੀਤਾ ਸੀ ਬਾਬੂ ਸਿੰਘ ਮਾਨ ਮਰਾੜਾ ਨੇ। ਤਾਂ ਮੈਨੂੰ ਲੱਗਦਾ ਇਹਦੇ ਵਿੱਚ ਵੀ ਹੁਣ, ਪਰ ਇਹ ਨਖੇੜਾ ਸਾਡੇ ਦਰਸ਼ਕ ਕਰਨਗੇ ਕਿ ਇਹਦੇ ਵਿੱਚ ਸੈਦਾ ਕੌਣ ਹੈ ਤੇ ਜਿਹੜਾ ਕੈਦੋ ਕੌਣ ਹੈਗਾ। ਤੇ ਇਹ ਸਾਡੇ ਦਰਸ਼ਕ ਤਾਂ ਇਹ ਵੀ ਜਾਣਦੇ ਨੇ ਕਿ ਦਿੱਲੀ ਦਰਬਾਰ ਦਾ ਕੀ ਭੂਮਿਕਾ ਰਹਿੰਦੀ ਹੈਗੀ ਹੈ, ਕਿਹੜੇ ਹਾਲਾਤਾਂ ਦੇ ਵਿੱਚ ਸਾਡੇ ਚੀਫ ਮਿਨਿਸਟਰ ਚੱਲ ਰਹੇ ਨੇ, ਜਾਂ ਦਿੱਲੀ ਦਾ ਦਖਲ ਕਿੰਨਾ ਕੁ ਵੱਧ ਰਿਹਾ ਹੈਗਾ। ਪਰ ਮੁੱਖ ਤੌਰ 'ਤੇ ਜਿਹੜੀ ਆਤਿਸ਼ ਚਰਚਾ ਚੱਲ ਰਹੀ ਹੈਗੀ ਹੈ ਜਾਂ ਗੱਲ ਬਾਹਰ ਨਿਕਲ ਕੇ ਆ ਰਹੀ ਹੈ, ਉਹ ਇਹ ਹੈ ਕਿ ਐਡਵੋਕੇਟ ਜਨਰਲ ਦੇ ਨਾਲ ਜਿਹੜੀ ਇੱਕ ਟੀਮ ਕੰਮ ਕਰਦੀ ਹੈ ਲਾਅ ਆਫਿਸਰ ਦੀ, ਉਹਨਾਂ ਦੀਆਂ ਨਿਯੁਕਤੀਆਂ ਤੋਂ ਲੈ ਕੇ ਕਿਸੇ ਕਿਸਮ ਦਾ ਕੋਈ ਰਫੜ ਹੈ ਜਿਹੜਾ ਪਿਆ ਹੈ। ਇੱਕ ਧਿਰ ਤਾਂ ਇਹ ਕਹਿ ਰਹੀ ਹੈ ਕਿ ਜਿਹੜੀ ਦਿੱਲੀ ਦਰਬਾਰ ਹੈ ਆਮ ਆਦਮੀ ਪਾਰਟੀ ਦਾ, ਉਹਦੇ ਵੱਲੋਂ ਇੱਕ ਸੂਚੀ ਆਉਂਦੀ ਹੈ 70 ਲਾਅ ਅਫਸਰਾਂ ਦੀ, ਜਿਹਦੇ ਵਿੱਚ ਮੈਜੋਰਟੀ ਜਿਹੜੇ ਹੈਗੇ ਨੇ ਉਹ ਨੌਨ ਪੰਜਾਬੀ ਨੇ, ਕਿ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਐਡਵੋਕੇਟ ਜਨਰਲ ਨੂੰ ਕਹਿ ਕੇ ਤੁਸੀਂ ਇਹਨਾਂ ਨੂੰ ਆਪਣੀ ਸੂਚੀ ਦੇ ਵਿੱਚ ਐਡਜਸਟ ਕਰੋ। ਦੂਸਰੀ ਤਰਫ ਇਹ ਵੀ ਗੱਲ ਚੱਲ ਰਹੀ ਹੈ ਕਿ ਐਡਵੋਕੇਟ ਜਨਰਲ ਵੱਲੋਂ ਇੱਕ ਸੂਚੀ ਤਿਆਰ ਕੀਤੀ ਜਾਂਦੀ ਹੈ, ਜਿਹਦੇ ਵਿੱਚ ਕਈ ਚਿਹਰੇ, ਖਾਸ ਕਰਕੇ ਅੱਧੀ ਦਰਜਨ ਦੇ ਕਰੀਬ ਉਹ ਚਿਹਰੇ ਸ਼ਾਮਲ ਕੀਤੇ ਜਾਂਦੇ ਹੈ ਕਿ ਜਿਹੜੇ ਪ੍ਰੋਮੀਨੈਂਟ ਕਾਂਗਰਸੀ ਪਰਿਵਾਰਾਂ 'ਚੋਂ ਨੇ। ਤਾਂ ਇਹ ਤੋਂ ਲੱਗਦਾ ਕਿ ਆਮ ਆਦਮੀ ਪਾਰਟੀ ਖਫਾ ਹੋਈ ਹੈ। ਪਰ ਕੁਝ ਵੀ ਹੋਇਆ ਹੋਵੇ, ਕੁਝ ਵੀ ਕਾਰਨ ਰਹੇ ਹੋਣ, ਪਰ ਇਹ ਇੱਕ ਮੰਦਭਾਗਾ ਹੈਗਾ, ਕਿਉਂਕਿ 4 ਮਹੀਨੇ ਦਾ ਜਿਹੜਾ ਅਰਸਾ ਉਹ ਬਹੁਤ ਥੋੜ੍ਹਾ ਹੁੰਦਾ ਹੈ। ਪਰ ਬਾਹਰੀ ਤੌਰ 'ਤੇ ਜਿਹੜਾ ਪ੍ਰਭਾਵ ਬਣ ਰਿਹਾ, ਪਰਸੈਪਸ਼ਨ ਬਣ ਰਹੀ ਹੈ, ਉਹ ਇਹੀ ਬਣ ਰਹੀ ਹੈ ਕਿ ਦਿੱਲੀ ਦੇ ਦਖਲ ਦਾ ਇਹ ਪ੍ਰਤਾਪ ਹੈਗਾ ਪੰਜਾਬ ਦੇ ਮਾਮਲਿਆਂ ਦੇ ਵਿੱਚ। ਹਾਲਾਂਕਿ ਆਪ ਵਾਲੇ ਤਾਂ ਇਹ ਵੀ ਕਹਿੰਦੇ ਹੁੰਦੇ ਨੇ ਕਿ ਕਾਂਗਰਸ ਕਿਹੜਾ, ਉਹਨਾਂ ਦੀ ਕਿਹੜਾ ਦਿੱਲੀ ਤੋਂ ਨਹੀਂ ਚੱਲਦੀ, ਭਾਜਪਾ ਕਿਹੜਾ ਦਿੱਲੀ ਤੋਂ ਨਹੀਂ ਚੱਲਦੀ। ਪਰ ਮੈਨੂੰ ਜਿੱਥੋਂ ਤੱਕ ਪਿਛਲੇ ਟਾਈਮ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਕਾਂਗਰਸ ਦੀ ਹਾਈ ਕਮਾਂਡ ਬਿਲਕੁਲ ਦਿੱਲੀ ਤੋਂ ਚੱਲਦੀ ਹੈ। ਟਿਕਟਾਂ ਕਿਹਨੂੰ ਦੇਣੀਆਂ ਨੇ, ਹਾਈ ਕਮਾਂਡ ਤੈਅ ਕਰਦੀ ਹੈ। ਚੀਫ ਮਿਨਿਸਟਰ ਕੌਣ ਬਣੇਗਾ, ਹਾਈ ਕਮਾਂਡ ਤੈਅ ਕਰਦੀ ਹੈ। ਉਹਨਾਂ ਦੇ ਮੇਨ ਅਹੁਦੇਦਾਰ ਜਾਂ ਜ਼ਿਲ੍ਹਿਆਂ ਦੇ ਪ੍ਰਧਾਨ ਜਾਂ ਸਟੇਟ ਦਾ ਪ੍ਰਧਾਨ ਕੌਣ ਹੋਏਗਾ, ਉਹ ਹਾਈ ਕਮਾਂਡ ਤੈਅ ਕਰਦੀ ਹੈ। ਬਸ ਇੱਥੋਂ ਤੱਕ ਹੀ ਹਾਈ ਕਮਾਂਡ ਤੈਅ ਕਰਦੀ ਹੈ, ਉਸ ਤੋਂ ਬਾਅਦ ਸਾਰਾ ਕੁਛ ਹੈ ਜਿਹੜਾ ਉਹ ਚੀਫ ਮਿਨਿਸਟਰ ਕਰਦਾ ਹੈਗਾ। ਪਰ ਇੱਥੇ ਤਾਂ ਅਸੀਂ ਪ੍ਰੈਕਟੀਕਲੀ 4 ਮਹੀਨਿਆਂ 'ਚ ਦੇਖ ਲਿਆ ਕਿ ਸਾਰਾ ਕੁਝ ਹੀ ਹਾਈ ਕਮਾਂਡ ਨੇ ਆਪਣੇ ਹੱਥਾਂ ਦੇ ਵਿੱਚ ਲਿਆ ਹੋਇਆ ਹੈ, ਔਰ ਇਹਦੇ ਜਿਹੜੇ ਪ੍ਰਭਾਵ ਹੈ ਉਹ ਸਰਕਾਰ 'ਤੇ ਚੰਗੇ ਅਸਰ ਨਹੀਂ ਪੈਣਗੇ। ਔਰ ਪੰਜਾਬੀ ਹੈ ਜਿਹੜੇ ਇਹਨਾਂ ਸਾਰੀਆਂ ਗੱਲਾਂ ਨੂੰ ਭਲੀ ਭਾਂਤ ਜਾਣਦੇ ਨੇ। ਜਿਸ ਤਰ੍ਹਾਂ ਆਪਾਂ ਪਿਛਲੇ ਸੈਗਮੈਂਟਾਂ ਦੇ ਵਿੱਚ ਗੱਲ ਕਰਦੇ ਰਹੇ ਹਾਂ ਲੰਬੇ ਅਰਸੇ ਤੋਂ, ਕਿ ਜਦੋਂ ਖੇਤੀ ਕਾਨੂੰਨਾਂ ਦੇ ਖਿਲਾਫ ਲੋਕਾਂ ਨੇ ਸੰਘਰਸ਼ ਕੀਤਾ ਸੀ, ਤਾਂ ਲੋਕਾਂ ਦੀ ਜਿਹੜੀ ਪੰਜਾਬੀਆਂ ਦੀ ਸਾਡੀ ਸੂਝ-ਬੂਝ ਹੈ, ਸਿਆਸੀ ਸੂਝ-ਬੂਝ ਹੈ, ਪੋਲੀਟੀਕਲ, ਉਹ ਚੇਤਨਤਾ ਬਹੁਤ ਵਧੀ ਸੀ। ਹੁਣ ਸਾਨੂੰ ਸਾਡੇ ਪੋਲੀਟੀਕਲ ਲੀਡਰ ਜਾਂ ਸਿਆਸੀ ਜਮਾਤਾਂ ਨੇ ਉਹ ਸੌਖੇ ਹੀ ਜਿਹੜੀ ਸਾਨੂੰ ਗੁੰਮਰਾਹ ਨਹੀਂ ਕਰ ਸਕਦੀਆਂ। ਤਾਂ ਇਸ ਮਸਲੇ ਦੇ ਵਿੱਚ ਵੀ ਸਾਰੇ ਲੋਕ ਵਾਚ ਕਰ ਰਹੇ ਨੇ ਸਰਕਾਰ ਨੂੰ। ਆਮ ਆਦਮੀ ਪਾਰਟੀ ਨੂੰ ਜਾਂ ਉਹਨਾਂ ਦੀ ਹਾਈ ਕਮਾਂਡ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਅਸੀਂ ਪੰਜਾਬ ਨੂੰ ਕਿਸੇ ਕਿਸਮ ਨਾਲ ਬੇਵਕੂਫ ਬਣਾ ਲਵਾਂਗੇ। ਜੇ ਉਹਨਾਂ ਦਾ ਦਖਲ ਵਧੇਗਾ ਤਾਂ ਪੰਜਾਬੀਆਂ ਦਾ ਰੋਹ ਵੀ ਹੈ, ਜਿਸ ਤਰ੍ਹਾਂ ਲੱਗਦਾ ਹੈਗਾ, ਉਹ ਵੀ ਜ਼ਰੂਰ ਵਧੇਗਾ। ਚਰਨਜੀਤ ਜੀ, ਜਦੋਂ ਆਪਾਂ ਗੱਲ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ 4 ਮਹੀਨਿਆਂ ਦੀ ਕਾਰਗੁਜ਼ਾਰੀ ਦੀ, ਤਾਂ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਚੋਣਾਂ 'ਚ ਜਿਹੜਾ ਇੱਕ ਬਦਲਾਅ ਦਾ ਨਾਅਰਾ ਦਿੱਤਾ, ਜਿਸ ਦੇ ਨਾਅਰੇ ਦੇ ਚੱਲਦਿਆਂ ਸਰਕਾਰ ਦੇ ਵਿੱਚ ਕਾਬਜ਼ ਹੁੰਦੇ ਨੇ ਅਤੇ ਵੱਡੇ ਪੱਧਰ 'ਤੇ ਪੁਲਿਸ ਅਤੇ ਪ੍ਰਸ਼ਾਸਨਿਕ ਪੱਧਰ 'ਤੇ ਜਿਹੜਾ ਬਦਲੀਆਂ ਹੁੰਦੀਆਂ ਨੇ। ਉਸ ਤੋਂ ਬਾਅਦ ਗੱਲ ਕਰੀਏ ਤਾਂ ਉਹਨਾਂ ਬਦਲੀਆਂ ਤੋਂ ਬਾਅਦ ਵੀ ਜਿਹੜਾ ਹੈਗਾ ਚੀਫ ਸੈਕਟਰੀ ਬਦਲਿਆ ਜਾਂਦਾ ਹੈ, DGP ਬਦਲਿਆ ਜਾਂਦਾ, ਹੁਣ ਐਡਵੋਕੇਟ ਜਨਰਲ ਤੱਕ ਨੂੰ ਬਦਲ ਦਿੱਤਾ ਜਾਂਦਾ ਹੈ। ਜਿਹੜਾ ਹੈਗਾ ਇਸ ਨਾਲ ਪੰਜਾਬ ਦੇ ਲੋਕਾਂ 'ਚ ਕਿਤੇ ਨਾ ਕਿਤੇ ਅਸਥਿਰਤਾ ਦਾ ਮਾਹੌਲ ਬਣ ਰਿਹਾ, ਉਹਨਾਂ ਦੇ ਮਨ 'ਚ ਇੱਕ ਡਰ ਦਾ ਭੈ ਦਾ ਮਾਹੌਲ ਬਣ ਚੁੱਕਿਆ। ਇਸ ਨੂੰ ਕਿਵੇਂ ਦੇਖੋਗੇ? ਦੇਖੋ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਬਣਨੀ ਸ਼ੁਰੂ ਹੋ ਗਈ ਹੈ ਕਿ ਇਹ ਲੋਕਾਂ ਨੂੰ ਜਿਹੜਾ ਰਾਜ ਕਰਨ ਦਾ ਹਜੇ ਤੌਰ ਤਰੀਕਾ ਪੂਰਾ ਆ ਨਹੀਂ ਰਿਹਾ। ਇਹ ਚਾਹੇ ਬੜੀ ਮੁੱਢਲੀ ਸਟੇਜ 'ਤੇ ਗੱਲ ਹੈਗੀ ਹੈ, ਪਰ ਪੋਲੀਟੀਕਲ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹ ਤਾਂ ਇਹੀ ਸਾਬਤ ਕਰਨ 'ਤੇ ਲੱਗਣਗੀਆਂ, ਕਿਉਂਕਿ ਉਹਨਾਂ ਨੂੰ ਇਹ ਚੀਜ਼ਾਂ ਬਾਹਰਾ ਖਾਂਦੀਆਂ ਨੇ। ਪਰ ਇਹ ਆਮ ਆਦਮੀ ਪਾਰਟੀ ਨੂੰ, ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਜਿੱਥੋਂ ਤੱਕ ਬਦਲਾਅ ਦੀ ਗੱਲ ਹੈ, ਪ੍ਰਸ਼ਾਸਨਿਕ ਫੇਰ ਬਦਲ ਦੀ ਗੱਲ ਹੈ, ਜੇ ਕੋਈ ਚੀਫ ਸੈਕਟਰੀ ਹੈ, ਜਿਹੜੇ ਮੋਸਟਲੀ ਨਾਰਮਲੀ ਇਹੀ ਪ੍ਰੈਕਟਿਸ ਰਹੀ ਹੈ ਕਿ ਜਦੋਂ ਵੀ ਸਰਕਾਰਾਂ ਚੇਂਜ ਹੁੰਦੀਆਂ ਨੇ, ਚੀਫ ਸੈਕਟਰੀ ਅਤੇ DGP ਔਰ AG ਔਰ ਹੇਠਲਾ ਜਿਹੜਾ ਮੇਨ ਅਮਲਾ ਫੈਲਾ ਉਹ ਬਦਲ ਦਿੱਤਾ ਜਾਂਦਾ ਹੈ। ਪਿਛਲੀ ਸਰਕਾਰ ਦੇ ਵਿੱਚ ਚਾਹੇ ਵੱਖਰੀ ਗੱਲ ਰਹੀ ਹੈ ਕਿ ਇਹ ਗੱਲ ਚੱਲਦੀ ਰਹੀ ਹੈ ਕਿ ਜਿਹੜੇ ਅਕਾਲੀਆਂ ਵਾਲੇ ਰਾਜ ਭਾਗ ਦੇ ਅਫਸਰ ਸੀ, ਭਾਰੂ ਸੀ, ਉਹੀ ਕਾਂਗਰਸ ਦੇ ਵਿੱਚ ਭਾਰੂ ਰਹੇ ਨੇ। ਪਰ ਇਹਨਾਂ ਨੇ ਆ ਕੇ ਥੋੜ੍ਹਾ ਜਿਹਾ ਚੇਂਜ ਕੀਤਾ, ਕਿਉਂਕਿ ਜਿਹੜੀਆਂ ਕੰਸਟੀਟਿਊਸ਼ਨਲ ਪੋਸਟਾਂ ਹੁੰਦੀਆਂ ਮੇਨ, ਖਾਸ ਕਰਕੇ SSP ਹੋਏ, DCs ਹੋਏ, ਇਹ ਇੱਕ ਆਤਿਸ਼ ਸਰਕਾਰ ਦਾ ਫੇਸ ਹੁੰਦੀਆਂ ਨੇ। ਇਹਨਾਂ ਤੋਂ ਅੰਦਾਜ਼ਾ ਲੱਗਦਾ ਹੈ ਕਿ ਸਰਕਾਰ ਦਾ ਜਿਹੜਾ ਵਿਜ਼ਨ ਕੀ ਹੈ, ਸਰਕਾਰ ਦਾ ਇੱਕ ਨਜ਼ਰੀਆ ਕੀ ਹੈ, ਕਿਸ ਕਿਸਮ ਦੀ ਸਰਕਾਰ ਚੱਲੇਗੀ। ਇਹ ਕਈ ਇਮਾਨਦਾਰਾਂ ਦੀ ਸਰਕਾਰ ਹੈ ਕਿ ਇਹ ਹੀ ਪੁਰਾਣੇ ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਚੱਲਦੀਆਂ ਉਸ ਤਰ੍ਹਾਂ ਰਾਜ ਕਰੇਗੀ। ਤਾਂ ਜਦੋਂ ਵੀ ਇਹ ਚੀਜ਼ਾਂ 'ਤੇ ਕੋਈ ਅਹੁਦੇਦਾਰ, ਅਸੀਂ ਕੋਈ ਨਵੇਂ ਆਫੀਸਰ ਅਪੁਆਇੰਟ ਕਰਦੇ ਹਾਂ, ਤਾਂ ਉਦੋਂ ਸਰਕਾਰ ਨੂੰ ਬੜਾ ਖਿਆਲ ਰੱਖਣਾ ਪੈਂਦਾ, ਬੜਾ ਧਿਆਨ ਰੱਖਣਾ ਪੈਂਦਾ ਹੈਗਾ
ਕਿਉਂਕਿ ਉਹਦੇ ਹਰ ਤਰ੍ਹਾਂ ਦੇ ਅਸਰ ਹੈ ਸਾਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਹੁਣ ਜਦੋਂ ਬਦਲਾਅ ਕੀਤਾ ਹੈ ਤਾਂ ਇਹੀ ਕੜੀ ਜੋੜੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਸੁਨੀਲ ਜਾਖੜ ਨੇ ਕੱਲ੍ਹ ਕਿਹਾ ਹੈ ਕਿ ਚੰਨੀ ਸਰਕਾਰ ਵੇਲੇ ਵੀ ਇਦਾਂ ਹੀ ਹੋਇਆ ਸੀਗਾ ਜੀ ਕਿ ਡੀਜੀ ਬਦਲਦਾ ਫਿਰ ਏਜੀ ਬਦਲਦਾ, ਉਸੇ ਰਾਹ 'ਤੇ ਜਿਹੜੀ ਨਵੀਂ ਸਰਕਾਰ ਤੁਰੀ ਹੋਈ ਹੈ। ਇਹ ਕੋਈ ਇਹ ਤਾਂ ਹੈ ਨਹੀਂ ਕਿ ਥਾਣੇਦਾਰ ਦਾ ਅਸੀਂ ਕਿਸੇ ਥਾਣੇ ਦਾ ਮੁਨਸ਼ੀ ਚੇਂਜ ਕਰਨਾ ਹੈਗਾ, ਇਹਦੇ ਇੰਪੈਕਟ ਪੈਂਦੇ ਨੇ। ਇਸ ਕਰਕੇ ਸਰਕਾਰ ਨੇ ਜਿਸ ਤਰ੍ਹਾਂ 4 ਮਹੀਨਿਆਂ ਦੇ ਵਿੱਚ ਰੱਦੋ ਬਦਲ ਕੀਤੀ ਹੈ, ਚਾਹੇ ਦਿੱਲੀ ਵਾਲਿਆਂ ਨੂੰ ਇਹ ਗੱਲ ਹੋ ਸਕਦਾ ਕਿ ਉਹ ਪੰਜਾਬ ਦੀ ਤਸਵੀਰ ਹੈ ਜਿਹੜੀ ਉਹ ਸਮਝ ਨਹੀਂ ਰਹੇ, ਉਹਨਾਂ ਨੂੰ ਲੱਗਦਾ ਹੈ, ਹਾਲਾਂਕਿ ਉਹਨਾਂ ਨੂੰ ਇਸ ਗੱਲ ਦਾ ਨੁਕਸਾਨ ਹੋਣਾ ਹੈਗਾ। ਇਹ ਨਹੀਂ ਕਿ ਇਕੱਲਾ ਪੰਜਾਬ ਦੇ ਵਿੱਚ ਪਾਰਟੀ ਨੂੰ ਕੋਈ ਠੇਸ ਲੱਗੇਗੀ, ਉਹਦਾ ਜਿਸ ਤਰ੍ਹਾਂ ਉਹ ਨੈਸ਼ਨਲ ਲੈਵਲ 'ਤੇ ਅੱਗੇ ਜਾਣਾ ਚਾਹੁੰਦੇ ਨੇ ਆਤਿਸ਼, ਤਾਂ ਅੱਗੇ ਹੁਣ ਤੱਕ ਤਾਂ ਉਹ ਦਿੱਲੀ ਮਾਡਲ ਦਿਖਾਉਂਦੇ ਰਹੇ, ਪੰਜਾਬ ਦੇ ਵਿੱਚ ਉਸ ਚੱਲ ਗਿਆ। ਪਰ ਜਦੋਂ ਹੁਣ ਤੁਸੀਂ ਹਿਮਾਚਲ ਦੇ ਵਿੱਚ ਜਾਓਗੇ, ਹਰਿਆਣੇ 'ਚ ਜਾਓਗੇ, ਗੁਜਰਾਤ 'ਚ ਜਾਓਗੇ, ਹੁਣ ਤੁਸੀਂ ਇਕੱਲੇ ਦਿੱਲੀ ਮਾਡਲ ਦੀ ਨਹੀਂ ਗੱਲ ਕਰ ਸਕੋਗੇ, ਨਾਲ ਤੁਹਾਨੂੰ ਪੰਜਾਬ ਮਾਡਲ ਵੀ ਪੇਸ਼ ਕਰਨਾ ਪਏਗਾ। ਜੇ ਇੱਥੇ ਤੁਹਾਡੀ ਇਸ ਤਰ੍ਹਾਂ ਦੀ ਪ੍ਰਸ਼ਾਸਕੀ ਜਾਂ ਰਾਜਸੀ ਸਥਿਰਤਾ ਨਹੀਂ ਹੈਗੀ ਹੈ ਤਾਂ ਉਹਦਾ ਅਸਰ ਦੂਸਰੇ ਸੂਬਿਆਂ 'ਤੇ ਵੀ ਤੁਹਾਨੂੰ ਪਏਗਾ। ਸੋ ਆਉਣ ਵਾਲੇ ਦਿਨ ਬੜੇ ਸੈਂਸੀਟਿਵ ਨੇ ਇਸ ਪਾਰਟੀ ਦੇ ਲਈ, ਕਿਉਂਕਿ ਲੋਕ ਮਿਨੂਟਲੀ ਵਾਚ ਕਰ ਰਹੇ ਨੇ, ਹਰ ਹਰਕਤ ਨੂੰ ਵਾਚ ਕੀਤਾ ਜਾ ਰਿਹਾ ਹੈ ਕਿ ਕੇਜਰੀਵਾਲ ਦਾ ਕੀ ਰੋਲ ਹੈ, ਰਾਘਵ ਚੱਡੇ ਦਾ ਕੀ ਰੋਲ ਹੈ, ਫਾਈਲਾਂ ਕਿੱਥੋਂ ਚੱਲਦੀਆਂ ਨੇ, ਕਿੱਥੇ ਜਾਂਦੀਆਂ ਨੇ, ਮੁੱਖ ਮੰਤਰੀ ਦੀ ਕੀ ਭੂਮਿਕਾ ਹੈ, ਉਹਨਾਂ ਨੂੰ ਕਿੰਨੀ ਕੁ ਜਿਹੜਾ ਵਜ਼ਨ ਹੈ ਦਿੱਤਾ ਜਾ ਰਿਹਾ, ਕਿਸ ਦੀ ਚੱਲ ਰਹੀ ਹੈ, ਪਾਵਰ ਸੈਂਟਰ ਅਸਲੀ ਕਿਹੜਾ ਹੈਗਾ। ਕਿਉਂਕਿ ਹੁਣ ਤਾਂ ਸਮਝ ਨਹੀਂ ਲੱਗ ਰਹੀ, ਬਿਊਰੋਕਰੇਸੀ ਨੂੰ ਵੀ ਨਹੀਂ ਸਮਝ ਲੱਗ ਰਹੀ ਕਿ ਕਿੱਥੇ ਜਾਈਏ, ਕਿਉਂਕਿ ਸੱਤਾ ਦੇ ਕੇਂਦਰ ਹੀ 2-3 ਬਣੇ ਹੋਏ ਨੇ। ਤਾਂ ਸੱਤਾ ਦਾ ਕੇਂਦਰ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਇੱਕੋ ਹੀ ਚੱਲੇਗਾ ਜੇ ਲੰਬਾ ਟਾਈਮ ਇਹਨਾਂ ਨੇ ਆਪਣੇ ਟਰਮ ਹੈ ਜਿਹੜੀ ਅੱਛੀ ਪਾਰੀ ਖੇਡਣੀ ਹੈ ਤਾਂ। ਜੀ ਚਰਨਜੀਤ ਜੀ, ਇਹਦੇ ਨਾਲ ਹੀ ਪੰਜਾਬ 'ਚ ਇੱਕ ਵੱਡਾ ਵਿਵਾਦ ਹੋਰ ਚੱਲ ਰਿਹਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ, ਕਿਉਂਕਿ ਆਮ ਆਦਮੀ ਪਾਰਟੀ ਨੇ ਚੋਣਾਂ 'ਚ ਐਲਾਨ ਕੀਤਾ ਸੀ ਵੀ ਇਹ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਏਗਾ। ਉਹ ਮਾਮਲਾ ਕੀ ਹੈ ਅਤੇ ਉਹ ਕਿੱਥੇ ਕੁ ਪਹੁੰਚ ਗਿਆ? ਅਤਿਸ਼ ਇਹ ਵੀ ਬੜਾ ਵੱਡਾ ਚੈਲੰਜ ਹੈ ਸਰਕਾਰ ਅੱਗੇ ਬਣਿਆ ਹੋਇਆ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਇਹ ਪ੍ਰੋਮਿਸ ਕੀਤਾ ਸੀਗਾ ਕਿ ਜਿੰਨੇ ਵੀ ਪੰਜਾਬ ਦੇ 36,000 ਕਾਮੇ ਹੈ ਉਹਨਾਂ ਨੂੰ ਅਸੀਂ ਰੈਗੂਲਰ ਕਰਾਂਗੇ। ਇਹੀ ਪ੍ਰੋਮਿਸ ਹੈ ਜਿਹੜੀ ਪਹਿਲੀਆਂ ਸਰਕਾਰਾਂ ਨੇ ਕੀਤਾ ਸੀ। ਜਿਸ ਟਾਈਮ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ, ਉਹਨਾਂ ਨੇ ਵੀ ਇਹ ਵਾਅਦਾ ਕੀਤਾ ਸੀ, ਔਰ ਉਹਨਾਂ ਨੇ ਜਾਣ ਤੋਂ ਪਹਿਲਾਂ 2016 ਦੇ ਵਿੱਚ ਬਿੱਲ ਲੈ ਕੇ ਆਂਦਾ ਸੀ ਸਾਰਿਆਂ ਨੂੰ ਰੈਗੂਲਰ ਕਰਨ ਦਾ। ਫਿਰ ਜਦੋਂ ਚੰਨੀ ਸਰਕਾਰ ਆਈ, ਕੈਪਟਨ ਸਰਕਾਰ ਦੇ 5 ਸਾਲ ਇੱਦਾਂ ਹੀ ਲੰਘ ਗਏ ਕਿ ਅਸੀਂ ਜ਼ਰੂਰ ਪੱਕੇ ਕਰਾਂਗੇ। ਉਹ ਵਿਚਾਰੇ ਕੱਚੇ ਕਾਮੇ, ਚਾਹੇ ਉਹ ਆਊਟਸੋਰਸ ਵਾਲੇ ਨੇ, ਚਾਹੇ ਕੰਟਰੈਕਟ ਵਾਲੇ ਨੇ, ਉਹ ਲੰਬੇ ਟਾਈਮ ਤੋਂ ਨਿਯੁਕਤ ਹੋਏ ਨੇ ਔਰ ਉਹ ਸਿਆਸੀ ਲਾਰਿਆਂ ਦੇ ਵਿੱਚ, ਸਿਆਸੀ ਵਾਅਦਿਆਂ ਦੇ ਵਿੱਚ ਉਲਝੇ ਹੋਏ ਨੇ। ਉਹਨਾਂ 'ਚੋਂ ਬਹੁਤੇ ਸੰਘਰਸ਼ ਦੇ ਰਾਹ 'ਚ ਪਏ ਹੋਏ ਨੇ। ਆਪਾਂ ਦੇਖਦੇ ਹਾਂ ਕਿ ਸੰਗਰੂਰ ਦੇ ਜ਼ਿਲ੍ਹੇ ਦੇ ਵਿੱਚ ਨਿੱਤ ਉੱਥੇ ਲਾਠੀ ਚਾਰਜ ਹੈ ਜਿਹੜੇ ਉਹ ਹੋ ਰਹੇ ਆ। ਬੇਰੁਜ਼ਗਾਰ ਉਸ ਤਰ੍ਹਾਂ ਬੇਰੁਜ਼ਗਾਰ ਵੀ ਟੈਂਕੀਆਂ 'ਤੇ ਚੜ੍ਹੇ ਹੋਏ ਨੇ, ਕੱਚੇ ਕਾਮੇ ਵੀ ਇਸੇ ਰਾਹ 'ਤੇ ਤੁਰੇ ਹੋਏ ਨੇ। ਤਾਂ ਨਵੀਂ ਕੈਪਟਨ ਸਰਕਾਰ ਨੇ ਵੀ ਕੋਈ ਪੱਲਾ ਨਹੀਂ ਫੜਾਇਆ। ਚੰਨੀ ਸਰਕਾਰ ਨੇ ਜਾਂਦੇ ਹੋਏ 2021 ਦੇ ਵਿੱਚ ਉਸ ਤਰ੍ਹਾਂ ਦਾ ਬਿੱਲ ਫੇਰ ਲਿਆਂਦਾ। ਹੁਣ ਉਹ ਬਿੱਲ ਤਾਂ ਵਿਧਾਨ ਸਭਾ 'ਚ ਤਾਂ ਪਾਸ ਹੋ ਗਏ ਨੇ, ਪਰ ਉਹ ਦੋਨੇ ਬਿੱਲ ਹੈ ਜਿਹੜੇ, ਚਾਹੇ 16 ਵਾਲਾ ਕਹਿ ਲਈਏ, ਚਾਹੇ ਉਹ ਆਪਾਂ 21 ਵਾਲਾ ਕਹਿ ਲਈਏ, ਦੋਨੇ ਰਾਜਪਾਲ ਕੋਲ ਪੈਂਡਿੰਗ ਪਏ ਨੇ। ਉਹਦੀ ਕੋਈ ਕਾਨੂੰਨੀ ਹਿੱਚ ਹੈ। ਉਮਾ ਦੇਵੀ ਦਾ ਕੇਸ ਹੈਗਾ, ਉਹਦੇ ਸਨਮੁਖ ਉਸ ਚੀਜ਼ ਨੂੰ ਦੇਖਿਆ ਜਾ ਰਿਹਾ ਸਾਰੇ ਨੂੰ, ਉਹ ਰਾਜਪਾਲ ਨੇ ਪ੍ਰਵਾਨ ਨਹੀਂ ਕੀਤੇ। ਇਸ ਕਰਕੇ ਨਵੀਂ ਸਰਕਾਰ ਨੇ ਇਹ ਸੋਚ ਰਹੀ ਹੈ, 2-3 ਗੱਲਾਂ ਆ ਰਹੀਆਂ ਕਿ ਮੁੱਖ ਮੰਤਰੀ ਨੇ ਇੱਕ ਤਾਂ ਕੈਬਨਿਟ ਸਬ ਕਮੇਟੀ ਬਣਾਈ ਹੋਈ ਹੈ ਜਿਹਨੇ ਫੈਸਲਾ ਕਰਨਾ ਹੈ ਕਿ ਇਹਨਾਂ ਨੂੰ ਕਿਸ ਤਰ੍ਹਾਂ ਰੈਗੂਲਰ ਕੀਤਾ ਜਾਵੇ। ਉਹਦੇ ਵਿੱਚ ਜੇ ਤਾਂ ਉਹ ਉਮਾ ਦੇਵੀ ਕੇਸ ਨੂੰ ਦੇਖਦੇ ਨੇ, ਫਿਰ ਤਾਂ ਉਹਦੇ ਵਿੱਚ ਇਹ ਲੱਗਦਾ ਕਿ ਸਾਰੇ ਜਿਹੜੇ 10,000 ਕੱਚੇ ਕਾਮੇ ਆ ਜਿਹੜੇ ਉਸ ਦਾਇਰੇ ਦੇ ਵਿੱਚ ਆਉਂਦੇ ਨੇ। ਪਰ ਇਹਨਾਂ ਨੂੰ ਇਹ ਲੱਗਦਾ ਕਿ 10,000 ਕਰਾਂਗੇ ਤਾਂ 26,000 ਦਾ ਰੌਲਾ ਫਿਰ ਰਹਿ ਜਾਏਗਾ। ਤਾਂ ਇੱਕੇ ਪ੍ਰੈਸ਼ਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਜਾਂ ਉੱਪਰੋਂ ਪੈ ਰਿਹਾ ਹੈਗਾ ਕਿ 36 ਦਾ ਅੰਕੜਾ ਜਿਹੜਾ ਪੂਰਾ ਕਰਨਾ ਹੈ, ਆਪਾਂ 36 ਤੇ 36,000 ਪੂਰੇ ਕਰਨੇ ਆ। ਇਹ ਵੀ ਕਰਨੇ, ਪੂਰੇ ਵੀ ਕਰਨੇ ਆ, ਔਰ ਇਹਨੂੰ ਸਿਰੇ ਵੀ ਲਾਉਣਾ ਕਿ ਕੱਲ੍ਹ ਨੂੰ ਕਿਤੇ ਅਦਾਲਤ ਦੇ ਵਿੱਚ ਕੋਈ ਚੁਣੌਤੀ ਵੀ ਨਾ, ਇਹ ਚੈਲੰਜ ਵੀ ਨਾ ਹੋ ਜਾਣ। ਤਾਂ ਉਹ ਹੁਣ ਕੋਈ ਨਾ ਕੋਈ ਰਾਹ ਲੱਭ ਰਹੇ ਨੇ, ਪਤਾ ਲੱਗਿਆ ਕਿ ਕੋਈ ਪਾਲਿਸੀ ਲੈ ਕੇ ਆ ਰਹੇ ਨੇ, ਔਰ ਸਾਰੇ ਡਿਪਾਰਟਮੈਂਟਾਂ ਦਾ ਰਿਕਾਰਡ ਹੈ ਜਿਹੜਾ ਮੰਗਿਆ। ਹੁਣ ਤੱਕ ਕੈਬਨਿਟ ਸਬ ਕਮੇਟੀ ਦੀਆਂ 4 ਮੀਟਿੰਗਾਂ ਹੋ ਗਈਆਂ ਨੇ। ਹੁਣ ਦੇਖਣਾ ਹੋਏਗਾ ਕਿ ਇਹ ਸਰਕਾਰ ਉਹਨਾਂ ਨੂੰ ਰੈਗੂਲਰ ਕਿਵੇਂ ਕਰਦੀ ਹੈ ਅਤੇ ਜਿਹੜੇ ਕਾਨੂੰਨੀ ਦਾਅ ਪੇਚ ਹੈ ਉਹਨਾਂ 'ਤੇ ਕਿਵੇਂ ਖਰੇ ਉਤਰਦੀ ਹੈ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।